ਅਕਸਰ ਹੀ ਆਪਾਂ ਦੇਖਦੇ ਹਾਂ ਕਿ ਅੰਗਰੇਜ਼ੀ ਨੂੰ ਬੜਾ ਔਖਾ ਸਮਝਿਆ ਜਾਂਦਾ ਹੈ। ਕੀ ਸੱਚਮੁੱਚ ਔਖੀ ਹੈ? ਮੈਨੂੰ ਤਾਂ ਲੱਗਦਾ ਔਖੀ ਨਹੀਂ ਹੈਗੀ। ਸਮੱਸਿਆ ਕੀ ਹੈ ਫਿਰ? ਅੰਗਰੇਜ਼ੀ ਔਖੀ ਕਿਉਂ ਲੱਗਦੀ ਹੈ? ਜੇ ਮੈਂ ਆਪਦੇ ਤਜਰਬੇ ਦੇ ਨਾਲ ਦੇਖਾਂ ਤਾਂ ਅੰਗਰੇਜ਼ੀ ਔਖੀ ਤਾਂ ਲੱਗਦੀ ਹੈ ਕਿਉਂਕਿ ਸਾਨੂੰ ਜਿਹੜੇ ਬੇਸਿਕ ਕਨਸੈਪਟਸ ਨੇ ਉਹ ਕਲੀਅਰ ਨਹੀਂ। ਕਿੱਦਾਂ? ਦੇਖੋ ਵੀ ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ ਤਾਂ ਉਦੋਂ ਜਦੋਂ ਆਪਾਂ ਪੰਜਾਬੀ 'ਚ ਵੀ ਭਾਵੇਂ ਗੱਲ ਕਰਨੀ ਹੁੰਦੀ ਹੈ ਤਾਂ ਜਿਹੜੀ ਆਪਾਂ ਗੱਲ ਕਰਨੀ ਹੁੰਦੀ ਹੈ ਉਸ ਦੇ ਬਾਰੇ ਸਾਨੂੰ ਪਤਾ ਹੁੰਦਾ ਵੀ ਅਸੀਂ ਕੀ ਗੱਲ ਕਰਨੀ ਹੈ। ਪਰ ਜਦੋਂ ਅਸੀਂ ਅੰਗਰੇਜ਼ੀ ਵਿੱਚ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਉਸੇ ਤਰੀਕੇ ਨਾਲ, ਸਾਨੂੰ ਗੱਲ ਤਾਂ ਪਤਾ ਨਹੀਂ ਹੁੰਦੀ, ਸਾਨੂੰ ਮੈਟਰ ਤਾਂ ਪਤਾ ਨਹੀਂ, ਅਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਅੰਦਰੋਂ ਆਪਣੇ ਆਪ ਹੀ ਉਹ ਚੀਜ਼ ਨਿਕਲਣੀ ਸ਼ੁਰੂ ਹੋ ਜਾਏ। ਜਦੋਂ ਸਾਨੂੰ ਵਿਸ਼ਾ ਵਸਤੂ ਹੀ ਨਹੀਂ ਪਤਾ ਹੈਗਾ ਵੀ ਅਸੀਂ ਕਹਿਣਾ ਕੀ ਹੈਗਾ, ਤਾਂ ਉਹ ਅੰਗਰੇਜ਼ੀ ਕਿਸੇ ਤਾਂ ਪੰਜਾਬੀ 'ਚ ਵੀ ਨਹੀਂ ਕਹਿ ਸਕਦੇ। ਸੋ ਇਸ ਕਰਕੇ ਜਿਹੜੀ ਇਹ ਸਮੱਸਿਆ ਹੈ ਵੀ ਸਾਨੂੰ ਉੱਦਾਂ ਗੱਲ ਕਿਉਂ ਨਹੀਂ ਕਰਨੀ ਆਉਂਦੀ, ਉਹ ਇਹ ਹੈ ਵੀ ਸਾਨੂੰ ਵਿਸ਼ਾ ਵਸਤੂ ਦਾ ਹੀ ਨਹੀਂ ਪਤਾ ਹੁੰਦਾ ਜਦੋਂ ਅਸੀਂ ਕੋਈ ਗੱਲ ਕਰਨੀ ਹੁੰਦੀ ਹੈ। ਦੂਸਰੀ ਗੱਲ ਹੈਗੀ ਹੈ ਵੀ ਇੱਕ ਬੰਦਾ ਹੈ, ਉਹਨੇ ਟੈਂਸ ਸਿੱਖ ਲਏ, ਐਕਟਿਵ ਪੈਸਿਵ ਸਿੱਖ ਲਏ, ਡਾਇਰੈਕਟ ਇਨਡਾਇਰੈਕਟ ਸਿੱਖ ਲਏ, ਪਰ ਉਹਨੇ ਪ੍ਰੈਕਟੀਕਲ ਕਿਤੇ ਵਰਤਿਆ ਨਹੀਂ ਕਿਉਂਕਿ ਉਹਨੂੰ ਉਹ ਮਾਹੌਲ ਹੀ ਨਹੀਂ ਮਿਲਿਆ। ਇਹ ਉੱਦਾਂ ਦੀ ਗੱਲ ਹੋ ਗਈ ਜਿਹਨੇ ਕਿਤਾਬ ਦੇ ਵਿੱਚ ਪੜ੍ਹ ਲਿਆ ਬਈ ਇੱਦਾਂ ਵੀ ਕਾਰ ਹੈ ਜਿਹੜੀ, ਉਹਨੂੰ ਜਦੋਂ ਚਲਾਉਣਾ ਹੈ ਤੇ ਕਲੱਚ ਨੱਪਣਾ ਹੈ ਪਹਿਲੇ, ਫਿਰ ਗੇਅਰ ਪਾਉਣਾ ਹੈ, ਫਿਰ ਹੌਲੀ ਹੌਲੀ ਕਲੱਚ ਛੱਡਣਾ ਹੈ, ਫਿਰ ਰੇਸ ਦੇਣੀ ਤੇ ਕਾਰ ਚੱਲ ਪਏਗੀ। ਪਰ ਜਦੋਂ ਪ੍ਰੈਕਟੀਕਲੀ ਉਹ ਇੱਦਾਂ ਕਰਨ ਲੱਗਦਾ ਹੈ ਤੇ ਉਹ ਕਾਰ ਉਹਦੇ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਕਿਉਂਕਿ ਉਹਦੀ ਪ੍ਰੈਕਟਿਸ ਨਹੀਂ ਹੁੰਦੀ। ਇਸ ਕਰਕੇ ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਕਾਰ ਸਿਖਾਉਂਦੇ ਨੇ ਜਿਹੜੇ, ਤਾਂ ਉਹਨਾਂ ਨੇ ਆਪਦੇ ਵਾਲੇ ਪਾਸੇ ਵੀ ਇੱਕ ਕੰਟਰੋਲ ਰੱਖਿਆ ਹੁੰਦਾ, ਕਲੱਚ ਬ੍ਰੇਕ ਰੱਖੀ ਹੋਈ ਹੁੰਦੀ ਹੈ। ਕੋਈ ਵੀ ਚੀਜ਼ ਹੈ ਉਸ ਨੂੰ ਸਿੱਖਣ ਦੇ ਵਾਸਤੇ ਥੋੜ੍ਹੀ ਜਿਹੀ ਪੇਸ਼ੈਂਸ ਚਾਹੀਦੀ ਹੈ। ਪਰ ਆਪਾਂ ਦੇਖਦੇ ਹਾਂ ਵੀ ਕੋਈ ਬੰਦਾ ਅੰਗਰੇਜ਼ੀ ਸਿੱਖਣ ਜਾਂਦਾ ਹੈ, ਕੋਈ ਸਟੂਡੈਂਟ ਸਿੱਖਣ ਜਾਂਦਾ ਅੰਗਰੇਜ਼ੀ ਜੇ ਸਿੱਖਣੀ ਚਾਹੁੰਦਾ ਹੈ, ਤਾਂ ਕਹਿੰਦਾ ਮੈਨੂੰ ਬਸ ਜਲਦੀ ਜਲਦੀ ਆ ਜਾਏ। ਅਤੇ ਸਿਖਾਉਣ ਵਾਲੇ ਵੀ ਕੀ ਹੈ, ਆਮ ਤੌਰ 'ਤੇ ਜਿਹੜਾ ਵੇਖਣ 'ਚ ਆਉਂਦਾ, ਮੇਰੇ ਨਿੱਜੀ ਵਿਚਾਰ ਮੁਤਾਬਕ, ਸ਼ਾਰਟਕਟਸ ਦਿੰਦੇ ਨੇ। ਕਿਸੇ ਵੀ ਚੀਜ਼ ਦਾ ਕੋਈ ਵੀ ਸ਼ਾਰਟਕਟ ਨਹੀਂ ਹੁੰਦਾ। ਇੱਦਾਂ ਸਿੱਖਣ ਵਾਸਤੇ ਸਮਾਂ ਲੱਗਦਾ ਹੈਗਾ। ਦੂਸਰਾ, ਜਦੋਂ ਕੋਈ ਬੰਦਾ ਅੰਗਰੇਜ਼ੀ 'ਚ ਗੱਲ ਕਰਨ ਲੱਗਦਾ ਹੈ, ਕੋਈ ਬੱਚਾ ਅੰਗਰੇਜ਼ੀ 'ਚ ਗੱਲ ਕਰਨ ਲੱਗਦਾ, ਤਾਂ ਦੂਸਰਾ ਜਿਹੜਾ ਬੱਚਾ ਹੈਗਾ ਉਹ ਉਸ ਨੂੰ ਟੋਕ ਦਿੰਦਾ, ਵੱਡਾ ਅੰਗਰੇਜ਼ ਬਣਿਆ ਫਿਰਦਾ, ਮਾਹੌਲ ਹੀ ਨਹੀਂ ਮਿਲਦਾ। ਅਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਜਦੋਂ ਆਮ ਤੌਰ 'ਤੇ, ਜਿਹੜੇ ਪੜ੍ਹੇ ਲਿਖੇ ਵੀ ਅੰਗਰੇਜ਼ੀ 'ਚ ਨਹੀਂ ਬੋਲਦੇ, ਆਮ ਤੌਰ 'ਤੇ ਜਿਹੜੀ ਗੱਲ ਕਰ ਰਿਹਾ ਮੈਂ, ਜਨਰਲਾਈਜ਼ ਨਹੀਂ ਕਰ ਰਿਹਾ, ਆਮ ਤੌਰ 'ਤੇ ਕੀ ਹੁੰਦਾ ਹੈਗਾ, ਉਹ ਕਹਿ ਦਿੰਦੇ ਜੀ ਸਾਨੂੰ ਤਾਂ ਝਿਜਕ ਕਰਕੇ ਆ ਜਿਹੜਾ ਅੰਗਰੇਜ਼ੀ ਨਹੀਂ ਬੋਲ ਸਕਦੇ, ਉਂਝ ਤਾਂ ਸਾਨੂੰ ਵਾਧੂ ਆਉਂਦੀ ਹੈ। ਪਰ ਜੇ ਆਪਾਂ ਡੂੰਘਾਈ 'ਚ ਜਾ ਕੇ ਵੇਖੀਏ ਤਾਂ ਇਕੱਲੀ ਝਿਜਕ ਨਹੀਂ ਹੈਗੀ, ਇਹਦੇ ਪਿੱਛੇ ਇਹ ਡਰ ਲੱਗਦਾ ਵੀ ਕਿਤੇ ਨਾ ਕਿਤੇ ਜਦੋਂ ਬੋਲਿਆ ਤਾਂ ਕਿਤੇ ਗ੍ਰਾਮੈਟੀਕਲੀ ਐਰਰ ਤਾਂ ਨਹੀਂ ਆ ਜਾਏਗਾ। ਅਤੇ ਗ੍ਰਾਮੈਟੀਕਲੀ ਐਰਰ ਜੇ ਕੋਈ ਹੋਇਆ ਤਾਂ ਅਗਲਾ ਕੋ ਯਾਰ ਇੰਨੀਆਂ ਜਮਾਤਾਂ ਤਾਂ ਤੂੰ ਪੜ੍ਹਿਆ ਹੋਇਆ ਅਤੇ ਯਾਰ ਤੈਨੂੰ ਚੱਜ ਦੇ ਨਾਲ 2 ਸੈਂਟੈਂਸ ਵੀ ਨਹੀਂ ਬੋਲਣੇ ਆਉਂਦੇ। ਇਹ ਪ੍ਰੋਬਲਮ ਆ ਜਾਂਦੀ ਹੈ। ਦੂਸਰਾ ਡਰ ਜਿਹੜਾ ਲੱਗਦਾ, ਸ਼ਰਮ ਆਉਂਦੀ ਹੈ ਬੰਦੇ ਨੂੰ ਬੋਲਣ ਲੱਗੇ ਵੀ ਯਾਰ ਅੰਗਰੇਜ਼ੀ 'ਚ ਬੋਲਦੇ, ਸ਼ਰਮ ਜਿਹੀ ਆਉਂਦੀ ਹੈ ਵੀ ਨਹੀਂ ਅੰਗਰੇਜ਼ੀ 'ਚ ਨਹੀਂ। ਫਿਰ ਜਿਹੜਾ ਗੱਲ ਹੈਗੀ ਹੈ, ਹੁਣ ਜਦੋਂ ਆਪਾਂ ਵੇਖਦੇ ਹਾਂ ਅੰਗਰੇਜ਼ੀ ਜਦੋਂ ਬੋਲਣੀ ਚਾਹੁੰਦੇ ਹਾਂ, ਟੈਂਸ ਤਾਂ ਸਿੱਖੇ ਹੁੰਦੇ ਆ ਪਰ ਉਹਨਾਂ ਦੇ ਯੂਜ਼ਿਸ ਨਹੀਂ ਸਿੱਖੇ ਹੋਏ ਟੈਂਸਾਂ ਦੇ। ਮੰਨ ਲਓ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੀ ਹੈ, ਹੁਣ ਇਸ ਨੂੰ ਕਮੈਂਟਰੀ ਵਾਸਤੇ ਵੀ ਵਰਤਿਆ ਜਾਂਦਾ ਹੈ, ਪਰ ਅਸੀਂ ਤਾਂ ਇਹੀ ਸਿੱਖਿਆ ਹੈ ਇਕੱਲਾ ਵੀ ਜਿਹੜੇ ਵਾਕ ਦੇ ਪਿੱਛੇ ਦਾ ਹੈ, ਦੀ ਹੈ, ਦੇ ਹਨ ਆਦਿ ਆਉਂਦਾ ਹੈ, ਉੱਥੇ ਪ੍ਰੈਜ਼ੈਂਟ ਇੰਡੈਫੀਨਿਟ ਵਰਤਿਆ ਜਾਂਦਾ ਹੈ। ਆਮ ਤੌਰ 'ਤੇ ਇੱਦਾਂ ਹੀ ਸਿੱਖਿਆ ਜਾਂਦਾ ਹੈ। ਜਿਹੜਾ ਟੈਂਸ ਹੈਗਾ ਨਾ, ਟੈਂਸ ਦੇ ਕਿਹੜੀ ਕਿਸਮ ਹੈ, ਕਿੱਥੇ ਵਰਤਿਆ ਜਾਣਾ ਹੈ, ਇਹ ਪਤਾ ਹੋਣਾ ਚਾਹੀਦਾ। ਇਹਦੇ ਯੂਜ਼ਿਸ ਵੀ ਸਾਨੂੰ ਪਤਾ ਹੋਣੇ ਚਾਹੀਦੇ। ਜੇ ਸਾਨੂੰ ਟੈਂਸ ਦੇ ਯੂਜ਼ਿਸ ਨਹੀਂ ਨਾ ਪਤਾ ਤਾਂ ਫਿਰ ਅਸੀਂ ਟੈਂਸ ਜਿਹੜੇ ਹੈਗੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਅਪਲਾਈ ਨਹੀਂ ਕਰ ਸਕਦੇ। ਫਿਰ ਦੂਸਰੀ ਗੱਲ ਆ, ਹੁਣ ਜਿਹੜੀ ਮੁੱਢਲੀ ਗੱਲ 'ਤੇ ਆਈਏ, ਫਿਰ ਕਿਹਾ ਜਾਂਦਾ ਅੰਗਰੇਜ਼ੀ 'ਚ ਸੋਚੋ, ਅੰਗਰੇਜ਼ੀ 'ਚ ਗੱਲ ਕਰੋ, ਫਿਰ ਜ਼ਿਆਦਾ ਪਤਾ ਲੱਗੇਗਾ। ਅਰੇ ਭਾਈ, ਜਦੋਂ ਅਸੀਂ ਪੰਜਾਬੀ 'ਚ ਅਸੀਂ ਰਹਿ ਰਹੇ ਹਾਂ, ਪੰਜਾਬ 'ਚ ਰਹਿ ਰਹੇ ਹਾਂ, ਸਾਡੇ ਦਿਮਾਗ ਵਿੱਚ ਤਾਂ ਪਹਿਲੇ ਪੰਜਾਬੀ 'ਚ ਆਉਣੀ ਇਹ ਚੀਜ਼, ਫਿਰ ਅੰਗਰੇਜ਼ੀ 'ਚ ਆਏਗੀ।
ਤਾਂ ਉਹਦੇ 'ਚ ਇੱਕ ਚੀਜ਼ ਹੋ ਸਕਦੀ ਹੈ। ਹੁਣ ਭਾਸ਼ਾ ਕੀ ਹੈ? ਪੰਜਾਬੀ। ਜੇ ਹੁਣ ਕਿਸੇ ਅਸੀਂ ਅੰਗਰੇਜ਼ ਨੂੰ ਕਹੀਏ ਯਾਰ ਤੂੰ ਪੰਜਾਬੀ ਕਿੰਨੀ ਦੇਰ 'ਚ ਸਿੱਖ ਲਏਗਾ, ਤਾਂ ਜਿਵੇਂ ਸਾਨੂੰ ਅੰਗਰੇਜ਼ੀ ਸਿੱਖਣ ਦੇ ਟਾਈਮ ਲੱਗਦਾ ਉਹਨੂੰ ਵੀ ਟਾਈਮ ਲੱਗੇਗਾ, ਕਿਉਂਕਿ ਭਾਸ਼ਾ ਨੂੰ ਸਿੱਖਣ ਦੇ ਵਾਸਤੇ 3 ਚੀਜ਼ਾਂ ਦੀ ਲੋੜ ਪੈਂਦੀ ਹੈ ਮੇਨ। ਪਹਿਲੀ ਹੈ ਗ੍ਰਾਮਰ, ਦੂਸਰੀ ਹੈ ਵੋਕੈਬ, ਤੀਸਰੀ ਹੈ ਪ੍ਰੋਨੰਸੀਏਸ਼ਨ। ਤਾਂ ਜਿਹੜੀ ਗ੍ਰਾਮਰ ਹੈ, ਆਮ ਤੌਰ 'ਤੇ ਕਹਿੰਦਾ ਗ੍ਰਾਮਰ ਦੀ ਕੀ ਲੋੜ ਹੈ, ਉਹੀ ਬੋਲ ਬਾਲ ਦਿਓ, ਇਹਦੀ ਕਿਹੜਾ ਇੰਨਾ ਹੁੰਦਾ। ਦੇਖੋ 2 ਤਰ੍ਹਾਂ ਦੀ ਭਾਸ਼ਾ ਹੈ, ਇੱਕ ਫਾਰਮਲ ਇੰਗਲਿਸ਼ ਹੈ, ਇੱਕ ਨਾਨ ਫਾਰਮਲ ਇੰਗਲਿਸ਼ ਹੈ। ਤਾਂ ਇਨਫਾਰਮਲ ਇੰਗਲਿਸ਼ ਹੈ ਜਿਹੜੀ, ਜੇ ਫਾਰਮਲ ਇੰਗਲਿਸ਼ ਹੈ ਤਾਂ ਜਦੋਂ ਤਾਂ ਫਾਰਮਲ ਬੋਲਣੀ ਹੈ ਉੱਥੇ ਤੁਹਾਡੇ ਨੰਬਰ ਵੀ ਘਟੀਨੇ ਹੈ, ਤੁਹਾਡੇ ਨੰਬਰ ਲੱਗਣੇ ਹੈ, ਤੁਹਾਡੀ ਕਰੈਕਸ਼ਨ ਨੂੰ ਵੇਖ ਕੇ ਇਨਫਾਰਮਲ 'ਚ ਚੱਲ ਸਕਦਾ। ਜਿਹੜਾ ਸਾਡੇ ਅੰਗਰੇਜ਼ੀ ਦੇ ਵਿੱਚ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਭਾਸ਼ਾ ਦਾ, ਜੇ ਹੁਣ ਆਪਾਂ ਗੱਲ ਕਰੀਏ ਚਲੋ ਭਾਸ਼ਾ ਦੇ, ਭਾਸ਼ਾ ਦਾ ਮੁੱਢਲਾ ਜਿਹੜਾ ਮੰਤਵ ਹੈ ਉਹ ਕੀ ਹੁੰਦਾ? ਭਾਸ਼ਾ ਦਾ ਜਿਹੜਾ ਮੁੱਢਲਾ ਮੰਤਵ ਹੈ ਉਹ ਇਹੀ ਹੁੰਦਾ ਹੈ ਵੀ ਜੋ ਤੁਹਾਡੇ ਅੰਦਰ ਵਿਚਾਰ ਹੈ ਉਹਨਾਂ ਦੀ ਅਭਿਵਿਅਕਤੀ ਹੈ। ਉਹਨੂੰ ਤੁਸੀਂ ਕਿਸੇ ਹੋਰ ਨੂੰ ਦੱਸਿਆ ਅਤੇ ਜਦੋਂ ਤੁਸੀਂ ਦੱਸਿਆ ਤਾਂ ਉਹਨੂੰ ਵੀ ਉਹ ਭਾਸ਼ਾ ਆਉਂਦੀ ਸੀ ਅਤੇ ਉਹਨੇ ਉਹ ਸਮਝ ਲਈ। ਠੀਕ ਹੈ, ਤੁਸੀਂ ਇਨਕੋਡ ਕੀਤੀ, ਉਹਨੇ ਡੀਕੋਡ ਕਰ ਲਈ ਆਪਣੇ ਹਿਸਾਬ ਨਾਲ। ਹੁਣ ਤੁਹਾਨੂੰ ਪੰਜਾਬੀ ਆਉਂਦੀ ਹੈ, ਤੁਸੀਂ ਪੰਜਾਬੀ ਵਾਲੇ ਦੇ ਸਾਹਮਣੇ ਬੋਲਿਆ, ਪੰਜਾਬੀ 'ਚ ਤੁਹਾਨੂੰ ਸਮਝ ਲੱਗ ਗਈ। ਪਰ ਜਦੋਂ ਤੁਹਾਨੂੰ ਪੰਜਾਬੀ ਆਉਂਦੀ ਹੈ, ਤੁਹਾਡੇ ਸਾਹਮਣੇ ਜਿਹੜੇ ਬੰਦੇ ਨੇ ਕਦੇ ਪੰਜਾਬੀ ਬੋਲੀ ਨਹੀਂ ਜਾਂ ਉਹਨੂੰ ਆਉਂਦੀ ਨਹੀਂ, ਉਹ ਆਇਆ ਹੀ ਅੰਗਰੇਜ਼ਾਂ 'ਚੋਂ ਆ, ਤਾਂ ਉਹਨੂੰ ਤੁਹਾਡੀ ਪੰਜਾਬੀ ਦੀ ਕਿੱਥੋਂ ਸਮਝ ਲੱਗਣੀ। ਤਾਂ ਭਾਸ਼ਾ ਜਿਹੜੀ ਹੈਗੀ ਆ, ਮਤਲਬ ਇਹੀ ਆ ਵੀ ਵਿਚਾਰਾਂ ਨੂੰ ਪ੍ਰਗਟਾ ਕਰਨਾ। ਜੋ ਵੀ ਗੱਲ ਕਹਿਣੀ ਹੈ ਕਰਨੀ ਹੈ ਅਸੀਂ, ਉਹ ਅਸੀਂ ਭਾਸ਼ਾ ਰਾਹੀਂ ਕਹਿਣੀ। ਅਤੇ ਭਾਸ਼ਾ ਜਿਹੜੀ ਹੈਗੀ ਹੈ ਇਹ ਕਿੱਥੋਂ ਬਣਦੀ ਹੈ? ਭਾਸ਼ਾ ਦੇ ਕੁਝ ਰੂਲਸ ਨੇ, ਜਿਨ੍ਹਾਂ ਰੂਲਸ ਨੂੰ ਫੋਲੋ ਕਰਕੇ ਵਿਆਕਰਨ ਬਣਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਗ੍ਰਾਮਰ ਬਣਦੀ ਹੈ। ਜਦੋਂ ਆਪਾਂ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਤਾਂ ਕੋਈ ਨਾ ਕੋਈ ਤਾਂ ਉਹ ਗੱਲ ਹੋਏਗੀ ਨਾ, ਅਤੇ ਕੋਈ ਨਾ ਕੋਈ ਤਾਂ ਗੱਲ ਕਹਿਣ ਵਾਲਾ ਵੀ ਹੋਏਗਾ ਉਸ ਨੂੰ। ਜ਼ਿਆਦਾਤਰ ਇੱਦਾਂ ਹੀ ਹੁੰਦਾ ਨਾ। ਤਾਂ ਉਹ ਗੱਲ ਕੀ ਹੈ, ਆਬਜੈਕਟ ਕੀ ਹੈ, ਕਹਿਣ ਵਾਲਾ ਕੌਣ ਹੈ, ਸਬਜੈਕਟ ਕੀ ਹੈ, ਉਹਨਾਂ ਦੇ ਅੱਗੋਂ ਸਟਰਕਚਰਸ ਨੇ, ਵਰਬ ਪੈਟਰਨਸ ਨੇ ਉਹਨਾਂ ਦੇ। ਤਾਂ ਉਹਨਾਂ ਨੂੰ ਦੇਖਣਾ ਪੈਂਦਾ। ਹਰੇਕ ਭਾਸ਼ਾ ਦੇ ਵਰਬ ਪੈਟਰਨਸ ਨੇ। ਅੰਗਰੇਜ਼ੀ ਵਿੱਚ ਜਿਹੜਾ ਵਰਬ ਪੈਟਰਨ ਚੱਲਦਾ ਹੈਗਾ ਉਹ ਹੈ SVO। ਆਮ ਤੌਰ 'ਤੇ ਇਹੀ ਕਿਹਾ ਜਾਂਦਾ ਸਬਜੈਕਟ, ਵਰਬ, ਆਬਜੈਕਟ। ਪਰ ਜਿਹੜੀ ਪੰਜਾਬੀ ਆ ਇਹਦੇ ਵਿੱਚ ਵੀ ਵਰਬ ਪੈਟਰਨ ਹੈ। ਇਹਦਾ ਪੈਟਰਨ ਕੀ ਹੈ? ਇਹਦਾ ਹੈ SOV, ਸਬਜੈਕਟ, ਆਬਜੈਕਟ ਅਤੇ ਵਰਬ। ਉਹ ਸਕੂਲ ਜਾਂਦਾ ਹੈ, ਇਹ ਪੰਜਾਬੀ 'ਚ ਹੈ। ਤਾਂ ਉਹ ਜਿਹੜਾ ਹੈਗਾ ਸਬਜੈਕਟ ਹੈ, ਸਕੂਲ ਆਬਜੈਕਟ ਹੈ, ਜਾਂਦਾ ਹੈ ਵਰਬ ਹੈ, ਕਿਰਿਆ ਹੈ। ਅਤੇ ਹੁਣ ਉਸੇ ਚੀਜ਼ ਨੂੰ ਜਦੋਂ ਅੰਗਰੇਜ਼ੀ 'ਚ ਬੋਲਾਂਗੇ ਤਾਂ ਪੰਜਾਬੀ ਦਾ ਉਲਥਾ ਉਹਦੇ 'ਚ ਕੀ ਹੈ? SVO, ਉਹ ਜਾਂਦਾ ਹੈ ਸਕੂਲ। ਤਾਂ ਉਹਦੀ ਅੰਗਰੇਜ਼ੀ ਲਿਖ ਦਿਓ, ਹੀ ਜਾਂਦਾ ਹੈ ਦੀ ਗੋਜ਼ ਟੂ ਸਕੂਲ। ਤਾਂ ਪੈਟਰਨ ਹੈ ਨਾ ਉਹ। ਤਾਂ ਇਸੇ ਤਰ੍ਹਾਂ ਪਾਰਟਸ ਆਫ ਸਪੀਚ ਹੁੰਦੇ ਨੇ, ਜਿਹਦੇ ਵਿੱਚ ਨਾਊਨ ਹੈ, ਪ੍ਰਨਾਊਨ ਹੈ, ਐਡਵਰਬ ਹੈ, ਐਡਜੈਕਟਿਵ ਹੈ। ਨਾਊਨ ਨੂੰ ਪੰਜਾਬੀ 'ਚ ਨਾਮ ਕਹਿੰਦੇ, ਪ੍ਰਨਾਊਨ ਨੂੰ ਪੰਜਾਬੀ ਦੇ ਵਿੱਚ ਪੜਨਾਮ ਕਹਿੰਦੇ, ਐਡਜੈਕਟਿਵ ਨੂੰ ਪੰਜਾਬੀ ਦੇ ਵਿੱਚ ਵਿਸ਼ੇਸ਼ਣ ਕਹਿੰਦੇ, ਐਡਵਰਬ ਨੂੰ ਪੰਜਾਬੀ ਵਿੱਚ ਕਿਰਿਆ ਵਿਸ਼ੇਸ਼ਣ ਕਹਿੰਦੇ, ਕੰਜੰਕਸ਼ਨ ਨੂੰ ਪੰਜਾਬੀ ਦੇ ਵਿੱਚ ਯੋਜਕ ਕਹਿੰਦੇ, ਜਿਹੜੇ ਕੇਸ ਹੁੰਦੇ ਨੇ ਉਹਨਾਂ ਨੂੰ ਕਾਰਕ ਕਿਹਾ ਜਾਂਦਾ। ਭਾਸ਼ਾਵਾਂ ਦਾ ਜਿਹੜਾ ਮੰਤਵ ਹੈ, ਜਿਹੜੀਆਂ ਚੀਜ਼ਾਂ ਨੂੰ ਕਨਵੇ ਕਰਨਾ ਹੈਗਾ, ਉਹ ਇੱਕੋ ਜਿਹੇ ਉਹਨਾਂ ਦੇ ਪਾਰਟ ਆਫ ਸਪੀਚ ਹੁੰਦੇ ਨੇ। ਪਰ ਇਹ ਹੈ ਵੀ ਉਹਨਾਂ ਦੇ ਯੂਜ਼ ਕਰਨ ਦਾ ਜਿਹੜਾ ਢੰਗ ਹੈ ਉਹ ਵੱਖਰਾ ਵੱਖਰਾ ਹੁੰਦਾ ਹੈ। ਕਿਸੇ ਭਾਸ਼ਾ 'ਚ ਵੋਕੈਬ ਜ਼ਿਆਦਾ ਹੈ, ਕਿਸੇ 'ਚ ਵੋਕੈਬ ਘੱਟ ਹੈ, ਕਿਸੇ ਵਿੱਚ ਉਹ ਸਟਰਕਚਰ ਹੋਰ ਤਰੀਕੇ ਨਾਲ ਹੈ, ਕਿਸੇ 'ਚ ਸਟਰਕਚਰ ਹੋਰ ਤਰੀਕੇ ਨਾਲ ਹੈ। ਇਹਨਾਂ ਚੀਜ਼ਾਂ ਨੂੰ ਸਮਝਣਾ ਪੈਂਦਾ, ਤਾਂ ਇਹਦੇ ਵਾਸਤੇ ਪੇਸ਼ੈਂਸ ਰੱਖਣੀ ਪੈਂਦੀ ਹੈ। ਤਾਂ ਇੱਕ ਮੁੱਢਲੀ ਗੱਲ ਭਾਸ਼ਾ ਸਿੱਖਣ ਦੇ ਬਾਰੇ ਬੇਸਿਕ ਜੀ ਗੱਲ ਹੈ, ਉਹ ਇਹ ਹੈ ਕਿ ਡਾਇਲੋਗ ਰਾਈਟਿੰਗ ਤਾਂ ਸਭ ਬੱਚੇ ਜਾਣਦੇ ਹੋਣਗੇ। ਤਾਂ ਡਾਇਲੋਗ ਰਾਈਟਿੰਗ ਹੈ ਜਿਹੜੀ, ਤੁਸੀਂ ਉਹ ਸਿੱਖ ਲਓ। ਮੇਨ ਡਾਇਲੋਗ ਰਾਈਟਿੰਗ ਵਾਲੀ ਹੀ ਗੱਲ ਚੱਲਦੀ ਹੈ, ਤਾਂ ਉਹ ਸਿੱਖਣੀ ਹੈ ਜਿਹੜੀ, ਉਹ ਜਦੋਂ ਸਿੱਖ ਲਓਗੇ ਤਾਂ ਉਹਦੇ ਨਾਲ ਤੁਹਾਨੂੰ ਕਨਵਰਸੇਸ਼ਨ ਦਾ
ਢੰਗ ਕਾਫੀ ਹੱਦ ਤੱਕ ਆ ਜਾਏਗਾ। ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੀ ਵੀਡੀਓਜ਼ ਨੇ ਇਹਨਾਂ ਨੂੰ ਮੈਂ ਡਿਫਰੈਂਟ ਪਾਰਟਸ 'ਤੇ ਬਣਾਵਾਂ ਅਤੇ ਬੜਾ ਸੌਖੇ ਢੰਗ ਨਾਲ ਬਣਾਵਾਂ, ਤਾਂ ਜੋ ਬੱਚਿਆਂ ਨੂੰ ਇਹ ਨਾ ਲੱਗੇ ਕਿ ਅੰਗਰੇਜ਼ੀ ਬੜੀ ਔਖੀ ਭਾਸ਼ਾ ਹੈ, ਬਲਕਿ ਇਹ ਲੱਗੇ ਵੀ ਇਹ ਜਿਹੜੀ ਭਾਸ਼ਾ ਹੈ ਇਹ ਤਾਂ ਬੜੀ ਸੌਖੀ ਹੈ ਅੰਗਰੇਜ਼ੀ, ਬਸ ਇਹ ਹੈ ਵੀ ਅਸੀਂ ਸਮਾਂ ਨਹੀਂ ਲਗਾਉਂਦੇ। ਜਿਵੇਂ ਘਰ ਪਾਉਣਾ, ਪਹਿਲੇ ਨੀਹਾਂ ਪੱਟਣੀਆਂ ਪੈਣਗੀਆਂ, ਫਿਰ ਕੰਧਾਂ ਬਣਨਗੀਆਂ, ਛੱਤਾਂ ਪੈਣਗੀਆਂ, ਕਿੰਨਾ ਟਾਈਮ ਲੱਗ ਜਾਂਦਾ। ਕਿਸਾਨ ਨੇ ਖੇਤ ਦੇ ਵਿੱਚ ਫਸਲ ਬੀਜੀ, ਜੇ ਉਹ ਅੱਜ ਫਸਲ ਬੀਜ ਕੇ ਆਇਆ, ਕੱਲ੍ਹ ਨੂੰ ਕੋਈ ਹੋਈ ਨਹੀਂ, ਟਾਈਮ ਲੱਗਣਾ ਹਰੇਕ ਚੀਜ਼ ਨੂੰ। ਜੇ ਤੁਹਾਡੇ ਵਿੱਚ ਪੇਸ਼ੈਂਸ ਹੈ, ਜੇ ਤੁਸੀਂ ਟਾਈਮ ਡਿਵੋਟ ਕਰ ਸਕਦੇ ਹੋ, ਤਾਂ ਤੁਸੀਂ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹ ਸਿੱਖ ਸਕਦੇ ਹੋ। ਜੇ ਤੁਸੀਂ ਟਾਈਮ ਡਿਵੋਟ ਨਹੀਂ ਕਰ ਸਕਦੇ, ਤੁਸੀਂ ਸ਼ਾਰਟਕੱਟ ਭਾਲਦੇ ਹੋ, ਫਿਰ ਇਸ ਦੇ ਬਾਰੇ ਮੁਸ਼ਕਿਲ ਹੈ। ਇਸ ਤੋਂ ਅਗਲੇ ਸਟੈਪਸ ਕੀ ਹੋਣਗੇ, ਇਸ ਦੇ ਡਿਫਰੈਂਟ ਪਾਰਟਸ ਮੈਂ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਮੈਨੂੰ ਵਾਹਿਗੁਰੂ ਨੇ, ਪਰਮਾਤਮਾ ਨੇ ਮੌਕਾ ਦਿੱਤਾ ਤਾਂ ਮੈਂ ਜ਼ਰੂਰ ਬਣਾਵਾਂਗਾ। ਅਤੇ ਮੈਂ ਇੱਥੇ ਹੀ ਅੱਜ ਦਾ ਜਿਹੜਾ ਇਹ ਡਿਸਕਸ਼ਨ ਵਾਲਾ ਪਾਰਟਸ ਹੈ ਵੀ ਅੰਗਰੇਜ਼ੀ ਭਾਸ਼ਾ ਔਖੀ ਹੈ ਕਿ ਸੌਖੀ ਹੈ, ਇਸ ਨੂੰ ਖ਼ਤਮ ਕਰਦਾ ਹਾਂ। ਅਤੇ ਨੈਕਸਟ ਐਪੀਸੋਡ 'ਚ, ਨੈਕਸਟ ਪਾਰਟ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ। ਤਾਂ ਉਸ ਵੇਲੇ ਤੱਕ ਇੰਤਜ਼ਾਰ ਕਰਦੇ ਹਾਂ ਆਪਾਂ। ਥੈਂਕ ਯੂ।